Hanji students, our next topic is respiratory system. The respiratory system helps us breathe. We breathe in air through our nose. From the nose, air reaches the lungs through the windpipe. What is the meaning of that? That respiratory system means ਇਹ ਜਿਹੜਾ ਸਿਸਟਮ ਆ ਨੋਜ਼ ਵਿੰਡਪਾਈਪ ਤੇ ਲੰਗਸ ਬੱਚੋ ਇਹਨੂੰ ਬੋਲਦੇ ਨੇ ਰੈਸਪੀਰੇਟਰੀ ਸਿਸਟਮ। ਸੋ ਦਿਸ ਰੈਸਪੀਰੇਟਰੀ ਸਿਸਟਮ ਹੈਲਪ ਅਸ ਟੂ ਬਰੀਥ, ਸਾਨੂੰ ਸਾਹ ਲੈਣ ਵਿੱਚ ਮਦਦ ਕਰਦਾ ਆ। ਇਹ ਜਿਹੜਾ ਸਿਸਟਮ ਆ ਰੈਸਪੀਰੇਟਰੀ ਸਿਸਟਮ ਇਹ ਸਾਨੂੰ ਸਾਹ ਲੈਣ ਵਿੱਚ ਮਦਦ ਕਰਦਾ ਆ, ਸਾਨੂੰ ਬਰੀਥ ਕਰਨ ਵਿੱਚ ਮਦਦ ਕਰਦਾ ਆ। ਅਸੀਂ ਜਿਹੜੀ ਬਰੀਥ ਕਰਦੇ ਹਾਂ ਏਅਰ, ਵੀ ਬਰੀਥ ਇਨ ਏਅਰ ਥਰੂ ਆਰ ਨੋਜ਼, ਅਸੀਂ ਨੋਜ਼ ਦੇ ਰਾਹੀਂ ਆਪਣੀ ਸਾਹ ਖਿੱਚਦੇ ਹਾਂ। ਫਰੋਮ ਦ ਨੋਜ਼ ਏਅਰ ਰੀਚਿਸ ਦ ਲੰਗਸ, ਨੋਜ਼ ਤੋਂ ਜਿਹੜੀ ਏਅਰ ਆ ਉਹ ਲੰਗਸ ਵਿੱਚ ਪਹੁੰਚਦੀ ਆ। ਕਿੱਦਾਂ ਪਹੁੰਚਦੀ ਆ? ਸਿੱਧਾ ਤਾਂ ਨਹੀਂ ਡਾਇਰੈਕਟ ਪਹੁੰਚ ਜੂਗੀ, ਉਹ ਇਹਦੀ ਹੈਲਪ ਨਾਲ ਪਹੁੰਚਦੀ ਆ। ਬੱਚੋ ਇਹਨੂੰ ਬੋਲਦੇ ਆ ਵਿੰਡ ਪਾਈਪ। ਠੀਕ ਹੈ, ਵਿੰਡ ਪਾਈਪ ਦੀ ਹੈਲਪ ਨਾਲ ਜਿਹੜਾ ਆ ਸਾਨੂੰ ਏਅਰ ਜਿਹੜੀ ਨੋਜ਼ ਤੋਂ ਜਿਹੜੀ ਏਅਰ ਆ ਰਹੀ ਆ ਉਹ ਵਿੰਡ ਪਾਈਪ ਦੀ ਹੈਲਪ ਨਾਲ ਲੰਗਸ ਵਿੱਚ ਪਹੁੰਚਦੀ ਆ। ਸੋ ਆਫਟਰ ਦ ਬੋਡੀ ਹੈਜ਼ ਯੂਜ਼ ਦ ਆਕਸੀਜਨ, ਜਦੋਂ ਬੋਡੀ ਨੇ ਆਕਸੀਜਨ ਜਿਹੜੀ ਅੰਦਰ ਆਈ ਆ ਏਅਰ ਉਹ ਉਹਨੇ ਯੂਜ਼ ਕਰ ਲਈ ਆ, ਇਟ ਪ੍ਰੋਡਿਊਸਿਸ ਐਨਰਜੀ ਐਂਡ ਗਿਵਸ ਆਊਟ ਕਾਰਬਨ ਡਾਈਆਕਸਾਈਡ। ਉਹ ਫਿਰ ਜਿਹੜੀ ਹਵਾ ਜਿਹੜੀ ਅੰਦਰ ਗਈ ਆ ਉਹਨੂੰ ਬੋਲਦੇ ਆ ਆਕਸੀਜਨ, ਜਿਹੜੇ ਨੋਜ਼ ਦੇ ਰਾਹੀਂ ਅੰਦਰ ਗਈ ਆ ਉਹਨੂੰ ਬੋਲਦੇ ਆ ਆਪਾਂ ਆਕਸੀਜਨ। ਅਤੇ ਉਸ ਆਕਸੀਜਨ ਨੇ ਸਾਨੂੰ ਐਨਰਜੀ ਦਿੱਤੀ ਆ। ਠੀਕ ਹੈ, ਸਾਨੂੰ ਤਾਕਤ ਦਿੱਤੀ ਆ। ਐਂਡ ਗਿਵਸ ਆਊਟ ਕਾਰਬਨ ਡਾਈਆਕਸਾਈਡ, ਫਿਰ ਜਿਹੜੀ ਕਾਰਬਨ ਡਾਈਆਕਸਾਈਡ ਹੈ ਉਹਨੂੰ ਬਾਹਰ ਕੱਢ ਦਿੰਦੇ ਆ। ਕਾਰਬਨ ਡਾਈਆਕਸਾਈਡ ਇਜ਼ ਗਿਵਨ ਆਊਟ ਥਰੂ ਦ ਨੋਜ਼ ਵੈਨ ਵੀ ਬਰੀਥ ਆਊਟ। ਅਸੀਂ ਜਦੋਂ ਸਾਹ ਬਾਹਰ ਨੂੰ ਕੱਢਦੇ ਹਾਂ, ਜਦੋਂ ਅਸੀਂ ਸਾਹ ਬਾਹਰ ਨੂੰ ਕੱਢਦੇ ਹਾਂ ਅਤੇ ਅਸੀਂ ਕਾਰਬਨ ਡਾਈਆਕਸਾਈਡ ਬਾਹਰ ਨੂੰ ਕੱਢਦੇ ਹਾਂ। ਕਾਰਬਨ ਡਾਈਆਕਸਾਈਡ ਕਿਹੜੀ ਹੁੰਦੀ ਹੈ? ਜਿਹੜੀ ਗੰਦੀ ਹਵਾ ਹੁੰਦੀ ਹੈ, ਜਿਹੜੀ ਸਾਡੇ ਸਰੀਰ ਨੂੰ ਨਹੀਂ ਚਾਹੀਦੀ, ਉਹ ਹਵਾ ਜਿਹੜੀ ਆ ਉਹ ਅਸੀਂ ਨੱਕ ਰਾਹੀਂ ਬਾਹਰ ਕੱਢਦੇ ਹਾਂ। ਅਤੇ ਜਿਹੜੀ ਸਾਨੂੰ ਚਾਹੀਦੀ ਆ ਉਹ ਹੁੰਦੀ ਆ ਆਕਸੀਜਨ, ਉਹਨੂੰ ਅਸੀਂ ਨੱਕ ਰਾਹੀਂ ਅੰਦਰ ਲੈਂਦੇ ਹਾਂ। ਸੋ ਦਿਸ ਇਜ਼ ਦ ਪ੍ਰੋਸੈਸ ਦੈਟ ਦ ਰੈਸਪੀਰੇਟਰੀ ਸਿਸਟਮ ਡੂ। ਦਿਸ ਵਨ ਇਜ਼ ਅ ਨੋਜ਼, this one is called a windpipe, and here the both are the lungs. With the help of nose we breathe, and lungs ਨੂੰ air ਕਿੱਦਾਂ ਪਹੁੰਚਦੀ ਆ? It receives air with the help of windpipe ਦੀ ਹੈਲਪ ਨਾਲ ਉਹਨੂੰ lungs ਨੂੰ receive ਹੁੰਦੀ ਆ air. So here this one was the respiratory system. Now comes digestive system. Digestion of food takes place in the digestive system. Digestion is the process by which food is broken down into simple useful substances that can be used by the body to get energy. We chew food with the help of teeth present in the mouth. Means ਡਾਈਜੈਸ਼ਨ ਹੁੰਦੀ ਹੈ ਜਿਹੜੀ ਆਪਾਂ ਡਾਈਜੈਸਟ ਕਰਦੇ ਹਾਂ ਫੂਡ, ਜਿਹੜਾ ਸਾਡਾ ਪ੍ਰੋਸੈਸ ਚੱਲਦਾ, ਜਿਹੜੀ ਸਾਡੀ ਪ੍ਰਕਿਰਿਆ ਚੱਲਦੀ ਹੈ ਫੂਡ ਭੋਜਨ ਪਚਾਉਣ ਦੀ, ਉਹਨੂੰ ਕਹਿੰਦੇ ਨੇ ਡਾਈਜੈਸ਼ਨ ਆਫ ਫੂਡ। ਮਤਲਬ ਕਿ ਪਚਾਉਣ ਦੀ ਪ੍ਰਕਿਰਿਆ ਜਿਹੜੀ ਚੱਲਦੀ ਆ, ਦੈਟ ਟੇਕਸ ਪਲੇਸ ਇਨ ਦਾ ਡਾਈਜੈਸਟਿਵ ਸਿਸਟਮ। ਜਿਹੜੀ ਭੋਜਨ ਦੀ ਪ੍ਰਕਿਰਿਆ ਆ ਉਹ ਸਾਰੀ ਇੱਥੇ ਹੀ ਚੱਲਦੀ ਹੈ ਬੱਚੇ, ਡਾਈਜੈਸਟਿਵ ਸਿਸਟਮ ਦੇ ਵਿੱਚ ਚੱਲਦੀ ਆ। ਡਾਈਜੈਸ਼ਨ ਇਜ਼ ਦਾ ਪ੍ਰੋਸੈਸ ਬਾਈ ਵਿਚ food is broken down into simple useful substances that can be used by the body to get energy. Means ਜਿਹੜੀ ਡਾਈਜੈਸ਼ਨ ਹੁੰਦੀ ਆ, ਜਿਹੜਾ ਅਸੀਂ ਫੂਡ ਖਾਂਦੇ ਆ ਉਸ ਫੂਡ ਦੀ ਜਿਹੜੀ ਡਾਈਜੈਸ਼ਨ ਹੁੰਦੀ ਆ, ਜਿਹੜਾ ਭੋਜਨ ਪਚਾਉਣ ਦੀ ਪ੍ਰਕਿਰਿਆ ਹੁੰਦੀ ਆ, ਉਹ ਕਿੱਦਾਂ ਹੁੰਦੀ ਆ ਕਿ ਛੋਟਾ ਭੋਜਨ ਜਿਹੜਾ ਆ ਡਾਈਜੈਸਟਿਵ ਜੂਸ ਦੇ ਨਾਲ, ਜਿਹੜਾ ਛੋਟਾ ਭੋਜਨ ਹੁੰਦਾ ਆ ਉਹ food is broken down into simple useful substances. ਸਿੰਪਲ ਮਤਲਬ ਬਹੁਤ ਹੀ ਸਧਾਰਨ ਤਰੀਕੇ ਵਿੱਚ, ਯੂਸਫੁਲ ਮਤਲਬ ਲਾਭਦਾਇਕ ਜਿਹੜੀ ਚੀਜ਼ ਹੁੰਦੀ ਹੈ, ਜਿਹੜੀ ਸਾਨੂੰ ਲਾਭ ਪਹੁੰਚਾਉਂਦੀ, ਜਿਹੜੀ ਸਾਨੂੰ ਫਾਇਦਾ ਪਹੁੰਚਾਉਂਦੀ ਆ। ਸਬਸਟਾਂਸ ਮਤਲਬ ਪਦਾਰਥ, ਸਮੌਲ ਸਧਾਰਨ ਪਦਾਰਥ ਵਿੱਚ ਉਹ ਜਿਹੜੇ ਆ ਭੋਜਨ ਜਿਹੜਾ ਆ ਉਹ ਪਚਾ ਦਿੰਦੇ ਆ। ਠੀਕ ਹੈ, ਡਾਈਜੈਸ਼ਨ ਜਿਹੜੀ ਆ ਉਹ ਪਚਾ ਦਿੰਦੀ ਆ। ਅਤੇ ਉਹ ਜਿਹੜੀ ਆ
दैट कैन बी यूज्ड बाय द बॉडी। फिर वो ਜਿਹੜਾ ਡਾਈਜੈਸ਼ਨ ਜਿਹੜੀ ਫੂਡ ਦੀ ਹੋ ਗਈ ਹੈ, ਜਿਹੜੇ ਨਿੱਕੇ 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 ਉਹਦੇ ਭੋਜਨ ਦੇ ਜਿਹੜੇ ਟੁਕੜੇ ਹੋ ਚੁੱਕੇ ਨੇ ਉਹ ਸਾਨੂੰ ਐਨਰਜੀ ਦਿੰਦੇ ਨੇ। ਬੋਡੀ ਉਹਨੂੰ ਯੂਜ਼ ਕਰਦੀ ਆ, ਠੀਕ ਹੈ, ਸਾਡੀ ਸਰੀਰ ਜਿਹੜਾ ਆ ਉਹਨੂੰ ਯੂਜ਼ ਕਰਦਾ ਆ ਉਸ ਐਨਰਜੀ ਨੂੰ, ਉਸ ਭੋਜਨ ਨੂੰ, ਅਤੇ ਉਹਦੇ ਨਾਲ ਸਾਨੂੰ ਐਨਰਜੀ ਮਿਲਦੀ ਆ। ਅਤੇ ਫਿਰ ਵੀ ਚਿਊ ਫੂਡ ਵਿਦ ਦਾ ਹੈਲਪ ਆਫ ਟੀਥ ਪ੍ਰੈਜ਼ੈਂਟ ਇਨ ਦਾ ਮਾਊਥ। ਅਸੀਂ ਜਿਹੜਾ ਫੂਡ ਆ ਉਹ ਕਿੱਦਾਂ ਚਿਊ ਕਰਦੇ ਹਾਂ? ਆਪਣੇ ਮਾਊਥ ਨਾਲ। ਮਾਊਥ ਮਤਲਬ ਆਪਣੇ ਮੂੰਹ ਨਾਲ ਚਿਊ ਕਰਦੇ ਹਾਂ। ਜਿਹੜੇ ਸਾਡੇ ਦੰਦ ਅੰਦਰ ਹੁੰਦੇ ਆ ਨਾ, ਉਹਦੇ ਨਾਲ ਅਸੀਂ ਭੋਜਨ ਚਿੱਥਦੇ ਹਾਂ, ਅਤੇ ਸਾਡਾ ਜਿਹੜਾ ਭੋਜਨ ਜਿਹੜਾ ਅਸੀਂ ਚਿੱਥਦੇ ਹਾਂ ਉਹਦੇ ਜਿਹੜੀ ਚੀਜ਼ ਆ ਉਹ ਫੂਡ ਪਾਈਪ ਦੇ ਨਾਲ ਸਟਮਕ ਵਿੱਚ ਪਹੁੰਚਦੀ ਆ। ਸਟਮਕ ਵਿੱਚ ਜਿਹੜਾ ਡਾਈਜੈਸਟਿਵ ਜੂਸ ਹੁੰਦਾ ਆ ਉਹਦੇ ਨਾਲ ਜਿਹੜਾ ਫੂਡ ਆ ਉਹ ਪ੍ਰੋਸੈਸਿੰਗ ਵਿੱਚ ਹੋ ਕੇ ਸਮੋਲ ਟੁਕੜਿਆਂ ਵਿੱਚ ਬਣ ਕੇ, ਬਹੁਤ ਹੀ ਸਮੋਲ ਟੁਕੜਿਆਂ ਵਿੱਚ ਬਣ ਕੇ ਉਹ ਸਾਡੇ ਕੋਲ ਸਮੋਲ ਇੰਟੈਸਟਾਈਨ ਵਿੱਚ ਪਹੁੰਚ ਜਾਂਦਾ ਆ। ਜਿਹੜਾ ਵੇਸਟ ਮਟੀਰੀਅਲ ਹੁੰਦਾ ਆ ਉਹ ਲਾਰਜ ਇੰਟੈਸਟਾਈਨ ਰਾਹੀਂ ਐਨਐਸ ਦੇ ਥਰੂ ਬਾਹਰ ਨਿਕਲ ਜਾਂਦਾ ਹੈ। ਸੋ ਨੈਕਸਟ ਕਮ ਫਰੋਮ ਦਾ ਮਾਊਥ ਫੂਡ ਰੀਚਿਸ ਦਾ ਸਟਮਕ। ਦੇਖੋ ਫਰੋਮ ਦਾ ਮਾਊਥ ਮਤਲਬ ਕਿ ਮਾਊਥ ਦੀ ਹੈਲਪ ਨਾਲ ਜਿਹੜਾ ਆ ਫੂਡ ਜਿਹੜਾ ਕਿੱਥੇ ਪਹੁੰਚਦਾ ਹੈ? ਸਟਮਕ ਵਿੱਚ। ਥਰੂ ਦਾ ਫੂਡ ਪਾਈਪ ਵਿੱਚ ਕੀ ਯੂਜ਼ ਹੁੰਦਾ ਆ? ਸਿੱਧਾ ਮੂੰਹ 'ਚ ਪਾਓ ਅਤੇ ਸਟਮਕ ਵਿੱਚ ਨਹੀਂ ਪਹੁੰਚ ਜਾਂਦਾ ਬੱਚੇ। ਮੂੰਹ 'ਚ ਪਾਇਆ ਤਾਂ ਢਿੱਡ 'ਚ ਨਹੀਂ ਪਹੁੰਚ ਗਿਆ। ਢਿੱਡ ਮਤਲਬ ਕਿ ਅਸੀਂ ਓਪਨ ਨਹੀਂ ਕੀਤਾ ਆ, ਢੱਕਣ ਬੰਦ ਕਰੋ ਅਤੇ ਢੱਕਣ ਉੱਤੇ ਲਾ ਲਓ, ਇੱਦਾਂ ਨਹੀਂ ਆ ਬੱਚੂ। ਮੂੰਹ ਦੇ ਵਿੱਚ ਪਾਵਾਂਗੇ ਫੂਡ, ਮੂੰਹ ਦੇ ਵਿੱਚ ਫੂਡ ਪਾਇਆ ਅਤੇ ਉਸ ਤੋਂ ਬਾਅਦ ਗਿਆ ਫੂਡ ਪਾਈਪ 'ਚ, ਠੀਕ ਹੈ। ਮੂੰਹ ਦੇ ਵਿੱਚ ਫੂਡ ਪਾਇਆ ਅਤੇ ਗਿਆ ਫੂਡ ਪਾਈਪ 'ਚ। ਫੂਡ ਪਾਈਪ ਤੋਂ ਇਹ ਜਾਏਗਾ ਕਿੱਥੇ ਜਾਏਗਾ? ਸਟਮਕ ਦੇ ਵਿੱਚ। ਮੂੰਹ ਦੇ ਵਿੱਚ ਜਦੋਂ ਆਪਾਂ ਫੂਡ ਪਾਉਂਦੇ ਹਾਂ, ਫੂਡ ਪਾਈਪ ਦੀ ਹੈਲਪ ਨਾਲ ਸਟਮਕ ਦੇ ਵਿੱਚ ਫੂਡ ਪਹੁੰਚਦਾ ਆ। ਦੈਨ ਥਰੂ ਦਾ ਫੂਡ ਪਾਈਪ ਹੈ ਨਾ, ਫੂਡ ਰੀਚਿਸ ਦਾ ਸਟਮਕ। ਫੂਡ ਪਹੁੰਚਦਾ ਆ ਸਟਮਕ ਰਾਹੀਂ, ਪਰ ਕਿਹਦੇ ਨਾਲ? ਥਰੂ ਦਾ ਫੂਡ ਪਾਈਪ। ਫੂਡ ਪਾਈਪ ਦੀ ਹੈਲਪ ਨਾਲ ਪਹੁੰਚਦਾ ਆ। The digestive juices produced in the stomach mix with the food and break it down into simple substances. That means ਜਿਹੜਾ ਡਾਈਜੈਸਟਿਵ ਜੂਸ ਆ, ਡਾਈਜੈਸਟਿਵ ਜੂਸ ਬੱਚੇ ਸਟਮਕ ਦੇ ਵਿੱਚ ਨਾ ਡਾਈਜੈਸਟਿਵ ਜੂਸ ਹੁੰਦਾ, ਜਿੱਦਾਂ ਪਾਣੀ ਦੀ ਤਰ੍ਹਾਂ ਨਾ ਇੱਕ ਜੂਸ ਹੁੰਦਾ ਆ, ਜਿਹਦੀ ਹੈਲਪ ਨਾਲ ਜਿਹੜਾ ਭੋਜਨ ਆ ਉਹ ਸਾਡਾ ਗਲਦਾ ਆ, ਸਾਡਾ ਭੋਜਨ ਜਿਹੜਾ ਆ ਪਚਦਾ ਆ, ਠੀਕ ਹੈ। ਮਿਕਸ ਵਿਦ ਦਾ then the digestive juice produced in the stomach mix with the food। ਉਹ ਜਿਹੜਾ ਡਾਈਜੈਸਟਿਵ ਜੂਸ ਆ ਉਹ ਫੂਡ ਦੇ ਨਾਲ ਮਿਕਸ ਹੁੰਦਾ ਆ, ਅਤੇ ਮਿਕਸ ਹੋ ਕੇ ਉਹਨੂੰ ਬ੍ਰੇਕ ਡਾਊਨ ਕਰਦਾ। ਜਿਹੜਾ ਫੂਡ, ਜਿਹੜੀ ਬੁਰਕੀ ਅਸੀਂ ਪਾਈ ਆ, ਉਹ ਜਿਹੜਾ ਜੂਸ ਆਲਰੇਡੀ ਅੰਦਰ ਸੀਗਾ ਉਹਦੇ ਨਾਲ ਉਹ ਮਿਕਸ ਹੁੰਦਾ ਆ। ਮਿਕਸ ਹੋ ਕੇ ਅਤੇ ਫੂਡ ਨੂੰ ਜਿਹੜਾ ਆ ਨਿੱਕੇ ਨਿੱਕੇ ਬਰੀਕ ਉਹਨੂੰ ਪਦਾਰਥਾਂ ਵਿੱਚ ਉਹਨੂੰ ਕੱਟ ਦਿੰਦਾ ਆ, ਮੀਨਸ ਉਹਨੂੰ ਸਬਸਟੈਂਸਿਸ ਵਿੱਚ ਕੱਟ ਦਿੰਦਾ ਆ। ਸੋ ਦੈਟ ਬਹੁਤ ਹੀ ਸਧਾਰਨ ਤਰੀਕੇ ਨਾਲ ਉਹਨੂੰ ਕੱਟ ਦਿੰਦਾ ਆ। ਦੈਨ ਦ ਫੂਡ ਦੈਨ ਰੀਚਿਸ ਇਨ ਦਾ ਸਮੋਲ ਇੰਟੈਸਟਾਈਨ। ਹੁਣ ਜਿਹੜਾ ਫੂਡ ਬ੍ਰੇਕ ਹੋਇਆ, ਜਿਹੜਾ ਫੂਡ ਕੱਟਿਆ ਗਿਆ, ਜਿਹੜੇ ਫੂਡ ਨੂੰ ਤੁਸੀਂ ਜਿਹੜੇ ਭੋਜਨ ਨੂੰ ਉਹਨੇ ਮਤਲਬ ਕਿ ਡਾਈਜੈਸਟਿਵ ਜੂਸ ਦੇ ਨਾਲ ਜਿਹੜਾ ਫੂਡ ਜਿਹੜਾ ਆ, ਭੋਜਨ ਜਿਹੜਾ ਆ ਸਾਡਾ ਕੱਟਿਆ ਗਿਆ, ਸਾਨੂੰ ਬਹੁਤ ਹੀ ਬਰੀਕ ਹਿੱਸਿਆਂ ਵਿੱਚ ਪਹੁੰਚ ਗਿਆ ਆ। ਕਿੱਥੇ ਪਹੁੰਚਦਾ ਆ? ਸਮੋਲ ਸਟਮਕ ਤੋਂ ਬਾਅਦ ਇਹ ਪਹੁੰਚਦਾ ਬੱਚੂ ਸਮੋਲ ਇੰਟੈਸਟਾਈਨ। ਦੇਖੋ ਨਾਲ ਹੀ ਉਹਦੇ ਜੁੜੀ ਹੋਈ ਹੈ, ਸਮੋਲ ਇੰਟੈਸਟਾਈਨ ਦੇ ਵਿੱਚ ਪਹੁੰਚ ਜਾਂਦਾ ਹੈ। ਸਮੋਲ ਇੰਟੈਸਟਾਈਨ ਵਿੱਚ ਪਹੁੰਚਿਆ। ਹੁਣ ਸਮੋਲ ਇੰਟੈਸਟਾਈਨ ਦੇ ਵਿੱਚ ਕੀ ਹੁੰਦਾ ਆ? ਡਾਈਜੈਸ਼ਨ ਆਫ ਫੂਡ ਇਜ਼ ਕੰਪਲੀਟਡ ਹੇਅਰ। ਡਾਈਜੈਸ਼ਨ ਜਿਹੜੀ ਆ, ਜੋ ਵੀ ਸਾਡਾ ਪ੍ਰੋਸੈਸ ਹੈ ਡਾਈਜੈਸ਼ਨ ਦਾ, ਫੂਡ ਨੂੰ ਡਾਈਜੈਸਟ ਕਰਨਾ, ਫੂਡ ਨੂੰ ਪਚਾਉਣਾ, ਉਹ ਸਾਡਾ ਇੱਥੇ ਆ ਕੇ ਖ਼ਤਮ ਹੋ ਜਾਂਦਾ ਹੈ। ਕਿੱਥੇ? ਸਮੋਲ ਇੰਟੈਸਟਾਈਨ ਦੇ ਵਿੱਚ। ਸਮੋਲ ਇੰਟੈਸਟਾਈਨ ਦੇ ਵਿੱਚ ਸਾਡਾ ਭੋਜਨ ਦੀ ਪ੍ਰਕਿਰਿਆ ਜਿਹੜੀ ਹੈ ਇੱਥੇ ਖ਼ਤਮ ਹੁੰਦੀ ਹੈ। ਮੂੰਹ ਵਿੱਚ ਪਾਉਂਦੇ ਹਾਂ, ਫੂਡ ਪਾਈਪ ਰਾਹੀਂ ਸਟਮਕ ਵਿੱਚ ਪਹੁੰਚਦਾ। ਸਟਮਕ ਵਿੱਚ ਜਿਹੜਾ ਡਾਈਜੈਸਟਿਵ ਜੂਸ ਹੁੰਦਾ ਆ ਉਹਦੀ ਹੈਲਪ ਦੇ ਨਾਲ ਫੂਡ ਜਿਹੜਾ ਆ ਉਹ ਬ੍ਰੇਕ ਡਾਊਨ ਹੁੰਦਾ ਆ, ਟੁੱਟਦਾ ਆ। ਟੁੱਟ ਕੇ ਫਿਰ ਉਹ ਜਿਹੜਾ ਵਧੀਆ ਫੂਡ ਹੁੰਦਾ, ਜਿਹੜਾ ਅਸੀਂ ਚੰਗੀ ਤਰ੍ਹਾਂ ਖਾਧਾ ਹੁੰਦਾ ਆ, ਉਹ ਸਾਡਾ ਸਮੋਲ ਇੰਟੈਸਟਾਈਨ ਵਿੱਚ ਪਹੁੰਚ ਜਾਂਦਾ ਆ। ਸਮੋਲ ਇੰਟੈਸਟਾਈਨ ਵਿੱਚ ਜਦੋਂ ਪਹੁੰਚ ਗਿਆ, ਦੈਟ ਮੀਨਸ ਇਹ ਸਾਡੀ ਭੋਜਨ ਦੀ ਪ੍ਰਕਿਰਿਆ ਜਿਹੜੀ ਆ ਉਹ ਖਤਮ ਹੋ ਗਈ। ਮਤਲਬ ਕਿ ਉਹਨੂੰ ਪਹੁੰਚਾਉਣ ਵਾਲੀ ਜਿਹੜੀ ਸ਼ਮਤਾ ਸੀ ਉਹ ਸਾਡੀ ਇੱਥੋਂ ਤੱਕ, ਸਾਡੀ ਪਹੁੰਚਾਉਣ ਤੱਕ ਜਿਹੜੀ ਪ੍ਰਕਿਰਿਆ ਸੀ ਉਹ ਇੱਥੇ ਆ ਕੇ ਖਤਮ ਹੋ ਜਾਂਦੀ ਆ। ਸੋ ਨੈਕਸਟ ਕਮਸ the digested food is then absorbed into the blood। ਜਿਹੜਾ ਡਾਈਜੈਸਟ ਕੀਤਾ ਗਿਆ ਆ ਫੂਡ, ਜਿਹੜਾ ਅਸੀਂ ਭੋਜਨ ਖਾਧਾ ਆ, ਉਹ ਫੂਡ ਜਿਹੜਾ ਆ ਉਹ ਅਬਜ਼ਰਵ ਕੀਤਾ ਜਾਂਦਾ ਆ ਬਲੱਡ ਦੇ ਨਾਲ, ਠੀਕ ਹੈ। ਇਜ਼ ਦੈਨ ਅਬਜ਼ਰਵਡ ਇਨਟੂ ਦਾ ਬਲੱਡ, ਮਤਲਬ ਕਿ ਜਿਹੜਾ ਸਾਡਾ ਖੂਨ ਹੈ
ਉਹਦੇ ਵਿੱਚ ਅਬਜ਼ਰਬ ਹੁੰਦਾ, ਉਹਦੇ ਵਿੱਚ ਸਮਾਉਂਦਾ ਆ, ਜਾ ਕੇ ਉਹਦੇ ਵਿੱਚ ਜਾਂਦਾ ਆ। ਜਿਹੜਾ ਸਾਡੀ ਬਲੱਡ ਦੀ ਜਿਹੜੀਆਂ ਨਾੜੀਆਂ ਹੁੰਦੀਆਂ ਨਾ, ਉਹਦੇ ਵਿੱਚ ਸਾਡਾ ਫੂਡ ਜਿਹੜਾ ਆ ਉਹ ਪਹੁੰਚਦਾ ਆ। ਦੈਨ the undigested food goes into the large intestine। ਫਿਰ ਜਿਹੜਾ ਅਨਡਾਈਜੈਸਟਡ ਫੂਡ ਆ, ਜਿਹੜਾ ਮਤਲਬ ਕਿ ਸਾਨੂੰ ਨਹੀਂ ਪਚਿਆ, ਉਹ ਫੂਡ ਜਿਹੜਾ ਆ ਉਹ ਇੱਥੇ ਪਹੁੰਚ ਜਾਂਦਾ ਆ। ਮਤਲਬ ਕਿ ਸਟਮਕ ਤੋਂ ਬਾਅਦ ਸਮੋਲ ਇੰਟੈਸਟਾਈਨ 'ਚ ਆਉਂਦਾ। ਸਮੋਲ ਇੰਟੈਸਟਾਈਨ 'ਚ ਜਿਹੜਾ ਮਤਲਬ ਕਿ ਜਿਹੜਾ ਭੋਜਨ ਪਚਿਆ ਹੋਇਆ, ਜਿਹੜਾ ਪਚ ਗਿਆ ਆ, ਉਹ ਇਹਦੇ ਵਿੱਚ ਰਿਹਾ ਹੈਗਾ। ਜਿਹੜਾ ਨਹੀਂ ਪਚਿਆ ਉਹ ਲਾਰਜ ਇੰਟੈਸਟਾਈਨ ਤੋਂ ਹੋ ਕੇ ਇਟ ਇਜ਼ ਦੈਨ ਰਿਮੂਵਡ ਫਰੋਮ ਦਾ ਬੋਡੀ ਥਰੂ ਦਾ ਐਨਸ। ਹੁਣ ਲਾਰਜ ਇੰਟੈਸਟਾਈਨ ਤੋਂ ਜਿਹੜਾ ਮਤਲਬ ਕਿ ਭੋਜਨ ਸਾਨੂੰ ਨਹੀਂ ਸੀ ਪਚਿਆ, ਉਸ ਭੋਜਨ ਨੂੰ ਜਿਹੜੀ ਪ੍ਰਕਿਰਿਆ ਆ ਉਹ ਐਨਸ ਰਾਹੀਂ ਬਾਹਰ ਆ ਜਾਂਦੀ ਹੈ। ਮੀਨਸ ਜਿਹੜਾ ਸਾਡੇ ਜੋ ਅਸੀਂ ਮਟੀਰੀਅਲ ਖਾਂਦੇ ਆ, ਜਿਹੜਾ ਸਾਨੂੰ ਪਚਦਾ ਆ, ਉਹ ਤਾਂ ਸਾਡਾ ਬਲੱਡ ਵਿੱਚ ਚਲਾ ਜਾਂਦਾ ਆ, ਸਾਨੂੰ એનર્ਜੀ ਮਿਲਦੀ ਉਹਦੇ ਨਾਲ। ਅਤੇ ਜਿਹੜਾ ਭੋਜਨ ਸਾਨੂੰ ਨਹੀਂ ਪਚਦਾ, ਜਿਹੜਾ ਭੋਜਨ ਸਾਡਾ ਸਰੀਰ ਨਹੀਂ ਪਚਾ ਸਕਦਾ, ਉਹ ਸਾਡਾ ਐਨਸ ਰਾਹੀਂ ਬਾਹਰ ਆ ਜਾਂਦਾ ਹੈ, ਅਸੀਂ ਟੋਇਲਟ ਕਰ ਦਿੰਦੇ ਹਾਂ। ਸੋ ਜਦੋਂ ਮਤਲਬ ਕਿ ਇੱਕ ਚੀਜ਼ ਹੋਰ ਹੈ, ਜਿੱਦਾਂ ਮਤਲਬ ਕਿ ਕਈ ਵਾਰੀ ਛੋਟੇ ਬੱਚੇ ਕੀ ਆ ਕਿ ਕੋਈ ਬਟਨ ਖਾ ਲੈਂਦਾ ਆ, ਕੋਈ ਚੀਜ਼ ਮੂੰਹ 'ਚ ਚਲ ਜਾਂਦੀ ਹੈ, ਕਿਸੇ ਦੇ ਸੂਈ ਚਲ ਜਾਂਦੀ ਹੈ, ਕੁਛ ਇੱਦਾਂ ਦੀ ਚੀਜ਼ ਚਲ ਜਾਂਦੀ ਆ। ਫਿਰ ਡਾਕਟਰਸ ਉਹਨਾਂ ਨੂੰ ਰਿਕਮੈਂਡ ਕਰਦੇ ਨੇ ਕੇਲਾ ਖਾਣ ਲਈ, ਹੈ ਨਾ। ਉਹਦੇ ਨਾਲ ਕੀ ਹੈ ਕਿ ਉਹ ਚੀਜ਼ ਜਿਹੜੀ ਆ ਉਹਦੇ ਵਿੱਚ ਘੋਲ ਵਿੱਚ ਕਰਕੇ ਅਤੇ ਉਹ ਬਾਹਰ ਆ ਜਾਂਦੀ ਆ। ਹੁਣ ਦੇਖੋ, ਹੁਣ ਬਟਨ ਆ, ਬਟਨ ਤਾਂ ਡਾਈਜੈਸਟ ਨਹੀਂ ਹੋਏਗਾ, ਸਟਮਕ ਵਿੱਚ ਜਾਏਗਾ ਪਰ ਡਾਈਜੈਸਟ ਨਹੀਂ ਹੋਏਗਾ। ਮੂੰਹ ਵਿੱਚ ਗਿਆ, ਮੂੰਹ ਤੋਂ ਫੂਡ ਪਾਈਪ 'ਚ ਗਿਆ, ਫੂਡ ਪਾਈਪ ਤੋਂ ਇਹਦੇ ਵਿੱਚ ਸਟਮਕ ਵਿੱਚ ਗਿਆ। ਜੂਸ ਜਿਹੜਾ ਡਾਈਜੈਸਟਿਵ ਜੂਸ ਸੀਗਾ, ਉਹਨੇ ਉਹਨੂੰ ਨਹੀਂ ਪਹੁੰਚਾਇਆ ਕਿਉਂਕਿ ਉਹ ਨਹੀਂ ਸੀ ਪਚ ਸਕਦਾ, ਉਹ ਇੱਕ ਮਟੀਰੀਅਲ ਹੈ। ਸੋ ਉਹ ਜਿਹੜਾ ਆ ਉਸ ਤੋਂ ਬਾਅਦ ਸਮੋਲ ਇੰਟੈਸਟਾਈਨ 'ਚ ਗਿਆ, ਸਮੋਲ ਇੰਟੈਸਟਾਈਨ ਨੇ ਵੀ ਨਹੀਂ ਉਹਨੂੰ ਪਹੁੰਚਾਇਆ, ਫਿਰ ਉਹ ਗਿਆ ਲਾਰਜ ਇੰਟੈਸਟਾਈਨ 'ਚ। ਫਿਰ ਲਾਰਜ ਇੰਟੈਸਟਾਈਨ ਦੇ ਰਾਹੀਂ ਉਹ ਜਿਹੜਾ ਆ ਉਹ ਐਨਸ ਰਾਹੀਂ ਬਾਹਰ ਆ ਜਾਂਦਾ। ਮਤਲਬ ਕਿ ਜਦੋਂ ਬੱਚਾ 4 ਦਿਨ ਬਾਅਦ 3 ਦਿਨ ਬਾਅਦ ਜਦੋਂ ਟੋਇਲਟ ਜਾਂਦਾ ਆ ਅਤੇ ਉਹ ਚੀਜ਼ ਉਹਦੀ ਬਾਹਰ ਨਿਕਲ ਆਉਂਦੀ ਆ। ਸੋ ਦੈਟ ਮੀਨਸ ਕਿ ਕੋਈ ਵੀ ਜਿਹੜੀ ਚੀਜ਼ ਆ ਉਹ ਅਬਜ਼ਰਬ ਜਿਹੜੀ ਚੀਜ਼ ਵਧੀਆ ਹੁੰਦੀ ਹੈ, ਜਿਹੜਾ ਫੂਡ ਜਿਹੜਾ ਸਾਨੂੰ ਅਬਜ਼ਰਬ ਕਰਨਾ ਚਾਹੀਦਾ, ਉਹ ਬਲੱਡ ਵਿੱਚ ਪਹੁੰਚ ਜਾਂਦਾ ਆ। ਜਿਹੜਾ ਮਤਲਬ ਕਿ ਫੂਡ ਸਾਡੇ ਕੋਲ ਨਹੀਂ ਡਾਈਜੈਸਟ ਹੁੰਦਾ, ਉਹ ਲਾਰਜ ਇੰਟੈਸਟਾਈਨ ਦੇ ਰਾਹੀਂ ਬਾਹਰ ਐਨਸ ਰਾਹੀਂ ਆ ਜਾਂਦਾ ਆ। ਸੋ ਨੈਕਸਟ ਕਮਸ ਦਾ ਸਰਕੂਲੇਟਰੀ ਸਿਸਟਮ।